ਅੱਗੇ ਪੜ੍ਹਦੇ ਹਾਂ ਜੀ। Who among the following was a prominent leader of the Congress Socialist Party? ਦੱਸੋ ਜੀ। MN ਰॉय, ਗਣੇਸ਼ ਸ਼ੰਕਰ ਵਿਦਿਆਰਥੀ, ਪੱਟਮ ਥਾਨੂ ਪਿੱਲਈ ਜਾਂ ਆਚਾਰਿਆ ਨਰਿੰਦਰ ਦੇਵ। ਇਹ ਸੀ ਜੀ ਆਚਾਰਿਆ ਨਰਿੰਦਰ ਦੇਵ। ਕਾਂਗਰਸ ਸੋਸ਼ਲਿਸਟ ਪਾਰਟੀ was formed in 1934 1934 ਵਿੱਚ ਬਣੀ ਸੀ। ਕਾਂਗਰਸ ਦੇ ਅੰਦਰ ਹੀ ਬਣੀ ਸੀ ਇਹ, ਜਿਹਦੇ ਵਿੱਚ ਇਹ ਸੀ ਕਿ ਅਸੀਂ ਸਮਾਜਵਾਦ ਵਾਲੇ ਪ੍ਰਿੰਸੀਪਲ ਅੱਗੇ ਲੈ ਕੇ ਆਉਣੇ ਆ। ਕਿਹਨਾਂ ਦੁਆਰਾ? ਬਾਈ JP ਨਾਰਾਇਣ, ਜੈ ਪ੍ਰਕਾਸ਼ ਨਾਰਾਇਣ, ਆਚਾਰਿਆ ਨਰਿੰਦਰ ਦੇਵ, ਬਸਵਾਨ ਸਿੰਘ ਅਤੇ ਜੋਗਿੰਦਰ ਸ਼ੁਕਲਾ। ਇਹ ਸੀ ਮੇਨ ਬੰਦੇ। ਮੈਚ ਲਿਸਟ 1 ਵਿਦ ਲਿਸਟ 2 ਐਂਡ ਸਿਲੈਕਟ ਦਾ ਕਰੈਕਟ ਆਂਸਰ। ਦੇਖਦੇ ਹਾਂ ਜੀ। ਸੁਰਿੰਦਰ ਨਾਥ ਬੈਨਰਜੀ, ਮਹਾਤਮਾ ਗਾਂਧੀ, ਸੁਭਾਸ਼ ਚੰਦਰ ਬੋਸ, ਲਾਲਾ ਲਾਜਪਤ ਰਾਏ, ਇਹ ਪਰਸਨੈਲਿਟੀਜ਼ ਦਿੱਤੀਆਂ ਗਈਆਂ ਆ ਤੇ ਆਹ ਦੱਸਿਆ ਗਿਆ ਜੀ ਕਿਹੜੀ ਕਿਹੜੀ ਮੂਵਮੈਂਟ ਦੇ ਨਾਲ ਉਹ ਸੰਬੰਧ ਸੀ, ਜਾਂ ਇਹ ਮੂਵਮੈਂਟ ਨਹੀਂ ਹੈ, ਇਹ ਹਿੰਦ ਸਵਰਾਜ। ਇਹ ਕਿਤਾਬਾਂ ਦੇ ਨਾਂ ਆ ਜੀ, ਉਹਨਾਂ ਨੇ ਕਿਹੜੀ ਕਿਹੜੀ ਕਿਤਾਬਾਂ ਲਿਖੀਆਂ। ਇਹ ਨੇਸ਼ਨ ਇਨ ਦਾ ਮੇਕਿੰਗ। ਦੇਖੋ ਜੀ, ਸੁਰਿੰਦਰ ਨਾਥ ਬੈਨਰਜੀ, ਮਹਾਤਮਾ ਗਾਂਧੀ, ਸੁਭਾਸ਼ ਚੰਦਰ ਬੋਸ, ਲਾਲਾ ਲਾਜਪਤ ਰਾਏ, ਇਹ ਸਾਰੇ ਦੇ ਸਾਰੇ ਕਿਤਾਬਾਂ ਨਾ ਇੰਪੋਰਟੈਂਟ ਆ, ਤੁਹਾਨੂੰ ਯਾਦ ਹੋਣੀਆਂ ਚਾਹੀਦੀਆਂ। ਹਿੰਦ ਸਵਰਾਜ ਦਾ ਲਿਖਿਆ ਸੀ ਜੀ MK ਗਾਂਧੀ ਨੇ, ਮੋਹਨਦਾਸ ਕਰਮਚੰਦ ਗਾਂਧੀ। ਦਾ ਇੰਡੀਅਨ ਸਟਰਗਲ, ਇਹ ਨੇਸ਼ਨ ਇਨ ਦਾ ਮੇਕਿੰਗ। ਦੇਖਦੇ ਹਾਂ ਜੀ। ਦੇਖੋ, ਸੁਰਿੰਦਰ ਨਾਥ ਬੈਨਰਜੀ ਨੇ ਲਿਖਿਆ ਸੀ ਇਹ ਨੇਸ਼ਨ ਇਨ ਦਾ ਮੇਕਿੰਗ, ਮਹਾਤਮਾ ਗਾਂਧੀ ਨੇ ਲਿਖਿਆ ਸੀ ਹਿੰਦ ਸਵਰਾਜ, ਸੁਭਾਸ਼ ਚੰਦਰ ਬੋਸ ਨੇ ਲਿਖਿਆ ਸੀ ਦਾ ਇੰਡੀਅਨ ਸਟਰਗਲ। ਇਹ ਤੁਸੀਂ ਕਨਫਿਊਜ਼ ਨਹੀਂ ਕਰਨਾ। ਇਨ ਦਾ ਇੰਡੀਅਨ ਸਟਰਗਲ, ਦਾ ਫਸਟ ਇੰਡੀਅਨ ਸਟਰਗਲ ਫॉर ਇੰਡੀਪੈਂਡੈਂਸ, ਇਸ ਤਰ੍ਹਾਂ ਅਲੱਗ-ਅਲੱਗ ਟਾਈਟਲ ਆ। ਇਹ ਹੈ ਜੀ ਦਾ ਇੰਡੀਅਨ ਸਟਰਗਲ। ਸੁਭਾਸ਼ ਚੰਦਰ ਬੋਸ, ਲਾਜਪਤ ਰਾਏ, ਆਟੋਬਾਇਓਗ੍ਰਾਫੀਕਲ ਰਾਈਟਿੰਗਸ। ਇੰਡੀਅਨ ਸਟਰਗਲ ਦੇਖਦੇ ਹਾਂ ਜੀ। ਬੋਸ ਨੇ ਲਿਖਿਆ ਸੀ ਇੰਡੀਅਨ ਸਟਰਗਲ, C ਦਾ ਦੂਜਾ। ਆਂਸਰ ਆਂਦਾ ਜੀ ਕੀ? B ਦਾ ਪਹਿਲਾ, C ਦਾ ਦੂਜਾ। B ਦਾ ਪਹਿਲਾ, C ਦਾ ਦੂਜਾ। ਆ ਗਿਆ ਜੀ C। 2 ਪੁਆਇੰਟਾਂ ਤੋਂ ਹੀ ਆਂਸਰ ਆ ਗਿਆ। ਅੱਗੇ ਦੇਖੋ। ਕੰਸਿਡਰ ਦਾ ਫੋਲੋਇੰਗ ਸਟੇਟਮੈਂਟਸ ਅਬਾਊਟ ਜਵਾਹਰ ਲਾਲ ਨਹਿਰੂ। ਜਵਾਹਰ ਲਾਲ ਨਹਿਰੂ ਦੇ ਬਾਰੇ ਗੱਲ ਹੋ ਰਹੀ ਆ। He was the president of the Congress Party in 1947 1947 ਵਿੱਚ ਉਹ ਕਾਂਗਰਸ ਪਾਰਟੀ ਦੇ ਪ੍ਰੈਜ਼ੀਡੈਂਟ ਸੀ। ਨਹੀਂ ਜੀ, ਸਾਨੂੰ ਐਗਜ਼ੈਕਟ ਨਹੀਂ ਪਤਾ, ਵੈਸੇ ਵੀ ਇਹ ਗੱਲ ਗਲਤ ਆ। ਤੁਹਾਨੂੰ ਪਤਾ ਹੋਣਾ ਚਾਹੀਦਾ ਜਦੋਂ ਭਾਰਤ ਆਜ਼ਾਦ ਹੋਇਆ ਤਾਂ ਉਸ ਵੇਲੇ ਕਾਂਗਰਸ ਪਾਰਟੀ ਦੇ ਪ੍ਰੈਜ਼ੀਡੈਂਟ ਕੌਣ ਸੀ। ਇਹ ਪ੍ਰਸ਼ਨ ਕਈ ਵਾਰ ਪੁੱਛਿਆ ਗਿਆ ਜੀ ਸਟੇਟ ਲੈਵਲ ਦੇ ਐਗਜ਼ਾਮ ਵਿੱਚ। ਉਹ ਸੀ ਜੀ JB ਕ੍ਰਿਪਲਾਨੀ, JB ਕ੍ਰਿਪਲਾਨੀ। ਠੀਕ ਹੈ, ਆਪਾਂ ਚੱਕਣਾ ਜੀ ਕਰੈਕਟ ਆਂਸਰ। ਇਹਦਾ ਮਤਲਬ ਪਹਿਲਾ ਗਲਤ ਹੋ ਗਿਆ, ਪਹਿਲਾ ਗਲਤ ਕਾਲ ਹੋ ਗਿਆ ਜੀ। ਪਹਿਲੇ ਗਲਤ ਨਾਲ ਆਂਸਰ ਵੀ ਆ ਗਿਆ, ਨਨ ਇਜ਼ ਕਰੈਕਟ। ਹੀ ਪ੍ਰੈਜ਼ਾਈਡਡ ਓਵਰ ਦਾ ਕੌਂਸਟੀਚਿਊਐਂਟ ਅਸੈਂਬਲੀ। ਤੁਹਾਨੂੰ ਪਤਾ ਕਿ ਕੌਂਸਟੀਚਿਊਐਂਟ ਅਸੈਂਬਲੀ ਦੇ ਪ੍ਰੈਜ਼ੀਡੈਂਟ ਕੌਣ ਸਨ, ਹੈਡ ਕੌਣ ਸਨ? ਸੰਵਿਧਾਨ ਸਭਾ ਬਣੀ, ਉਹਦੇ ਹੈਡ ਕੌਣ ਸੀ? ਰਾਜਿੰਦਰ ਪ੍ਰਸਾਦ। He formed the first Congress ministry in United Province before India's independence। ਚਲੋ ਵੈਸੇ ਗਲਤੀ ਹੈ ਇਹ ਵੀ ਇਹਨਾਂ ਨੇ ਯੂਨਾਈਟਿਡ ਪ੍ਰੋਵਿੰਸ ਅੱਜ ਦੇ ਉੱਤਰ ਪ੍ਰਦੇਸ਼ ਵਿੱਚ ਪਹਿਲੀ ਕਾਂਗਰਸ ਮਿਨਿਸਟਰੀ ਬਣਾਈ। ਸਾਨੂੰ ਨਹੀਂ ਪਤਾ, ਪਰ ਵੈਸੇ ਵੀ ਇਹ ਗਲਤ ਹੈ। ਪੜ੍ਹ ਲੈਂਦੇ ਜੀ। ਆਚਾਰਿਆ JB ਕ੍ਰਿਪਲਾਨੀ 1947 ਵਿੱਚ ਕਾਂਗਰਸ ਪਾਰਟੀ ਦੇ ਪ੍ਰਧਾਨ ਸਨ। ਇੰਪੋਰਟੈਂਟ ਪੁਆਇੰਟ। ਡਾਕਟਰ ਰਾਜਿੰਦਰ ਪ੍ਰਸਾਦ ਨੇ ਸੰਵਿਧਾਨ ਸਭਾ ਦੀ ਪ੍ਰਧਾਨਗੀ ਕੀਤੀ ਸੀ। ਠੀਕ ਹੈ ਜੀ। ਭਾਰਤ ਦੀ ਆਜ਼ਾਦੀ ਤੋਂ ਪਹਿਲਾਂ GB ਪੰਤ ਨੇ ਸੰਯੁਕਤ ਪ੍ਰਾਂਤ ਯੂਨਾਈਟਿਡ ਪ੍ਰੋਵਿੰਸ ਵਿੱਚ ਪਹਿਲਾ ਕਾਂਗਰਸ ਮੰਤਰਾਲੇ ਬਣਾਇਆ ਸੀ। ਕੌਣ ਸੀ ਜੀ? GB ਪੰਤ, ਨਾਟ ਜਵਾਹਰ ਲਾਲ ਨਹਿਰੂ। ਅੱਗੇ ਦੇਖੋ। ਵਿਚ ਵਨ ਆਫ ਦਾ ਫੋਲੋਇੰਗ ਇਜ਼ ਨਾਟ ਕਰੈਕਟ ਅਬਾਊਟ ਦਾ ਕੈਬਨਿਟ ਮਿਸ਼ਨ ਪਲਾਨ। ਕੈਬਨਿਟ ਮਿਸ਼ਨ ਪਲਾਨ ਆਇਆ ਸੀ, ਉਹਦੇ ਬਾਰੇ ਕਿਹੜੀ ਗੱਲ ਸਹੀ ਨਹੀਂ ਆ। ਪੜ੍ਹਦੇ ਹਾਂ ਜੀ। ਪ੍ਰੋਵਿੰਸ਼ੀਅਲ ਗਰੁੱਪਿੰਗ ਦੀ ਉਹਨੇ ਗੱਲ ਕੀਤੀ ਸੀ, ਹਾਂਜੀ ਕੀਤੀ ਸੀ। ਇੰਟਰਿਮ ਕੈਬਨਿਟ ਆਫ ਇੰਡੀਅਨਸ ਗੱਲ ਕੀਤੀ ਸੀ। ਅਸੈਪਟੈਂਸ ਆਫ ਪਾਕਿਸਤਾਨ ਨਹੀਂ ਜੀ। ਕੌਨਸਟੀਟਿਊਸ਼ਨ ਫਰੇਮਿੰਗ ਰਾਈਟ, ਠੀਕ ਹੈ ਜੀ। ਅਸੈਪਟੈਂਸ ਆਫ ਪਾਕਿਸਤਾਨ ਉਹਨਾਂ ਨੇ ਨਹੀਂ ਕੀਤਾ ਸੀ। ਕੈਬਨਿਟ ਮਿਸ਼ਨ ਪਲਾਨ ਆਇਆ ਸੀ ਤੇ ਅਸੈਪਟੈਂਸ ਆਫ ਪਾਕਿਸਤਾਨ ਇਹਦੇ ਵਿੱਚ ਨਹੀਂ ਸੀ। ਬਾਅਦ ਵਿੱਚ ਫਿਰ
एजिटेशन शुरू हो गया, एजिटेशन मुस्लिम लीग द्वारा ज़्यादा एजिटेशन होने लग गया भी सासी लेके रहेंगे पाकिस्तान। ਤੇ ਫਿਰ ਉਸ ਤੋਂ ਬਾਅਦ ਫਿਰ ਕਾਂਗਰਸ ਦਾ, ਮੁਸਲਿਮ ਲੀਗ ਦਾ, ਅੰਗਰੇਜ਼ਾਂ ਨਾਲ ਸਮਝੌਤੇ ਵਗੈਰਾ ਹੋਏ। ਕੈਬਨਿਟ ਮਿਸ਼ਨ ਪਲਾਨ ਵਿੱਚ ਅਸੈਪਟੈਂਸ ਆਫ ਪਾਕਿਸਤਾਨ ਨਹੀਂ ਸੀ। ਆਨਸਰ ਹੈ ਜੀ ਸੀ। ਕੈਬਨਿਟ ਮਿਸ਼ਨ ਨੇ ਪੂਰਨ ਪਾਕਿਸਤਾਨ ਦੀ ਮੰਗ ਨੂੰ ਰੱਦ ਕਰਨ ਦਾ ਪ੍ਰਸਤਾਵ ਦਿੱਤਾ ਕਿਉਂਕਿ ਇਸ ਤਰ੍ਹਾਂ ਬਣੇ ਪਾਕਿਸਤਾਨ ਵਿੱਚ ਵੱਡੀ ਗੈਰ ਮੁਸਲਿਮ ਆਬਾਦੀ ਸ਼ਾਮਿਲ ਹੋਵੇਗੀ। ਨਾਰਥ ਵੈਸਟ ਵਿੱਚ 38% ਅਤੇ ਨਾਰਥ ਈਸਟ ਵਿੱਚ 48%। ਉਹ ਕਹਿੰਦੇ ਵੀ ਜੇ ਅਸੀਂ ਪਾਕਿਸਤਾਨ ਨੂੰ ਬਣਾ ਦਈਏ, ਇੰਡੀਆ ਦੇ ਇੱਕ ਪਾਸੇ ਇੱਧਰ ਇੱਕ ਪਾਸੇ ਇੱਧਰ, ਉਹਦੇ ਵਿੱਚ ਕਾਫੀ ਜ਼ਿਆਦਾ ਪਰਸੈਂਟ ਗੈਰ ਮੁਸਲਿਮ ਆਬਾਦੀ ਦੀ ਹੋਵੇਗੀ। ਇਹ ਗੱਲ ਕਰਕੇ ਉਹਨਾਂ ਨੇ ਪੂਰਨ ਪਾਕਿਸਤਾਨ ਦੀ ਮੰਗ ਨੂੰ ਰੱਦ ਕਰ ਦਿੱਤਾ ਸੀ। ਅਭਿਨਵ ਭਾਰਤ ਸੁਸਾਇਟੀ, ਅਨੁਸ਼ੀਲਨ ਸਮਿਤੀ, ਗਦਰ ਪਾਰਟੀ, ਸਵਰਾਜ ਪਾਰਟੀ, ਇੱਧਰ ਬੰਦਿਆਂ ਦੇ ਨਾਂ ਦਿੱਤੇ ਆ ਜੀ। ਇਹਨਾਂ ਨਾਲ ਸੰਬੰਧਿਤ ਕੌਣ ਕੌਣ ਸੀ? ਅਭਿਨਵ ਭਾਰਤ ਸੁਸਾਇਟੀ, BD ਸਾਵਰਕਰ। ਇਹ ਗੱਲ ਸਿੱਧੀ ਹੈ ਜੀ, ਪੜ੍ਹਿਆ ਹੋਊਗਾ ਤੁਹਾਨੂੰ ਯਾਦ ਹੋਏਗਾ। ਅਭਿਨਵ ਭਾਰਤ ਸੁਸਾਇਟੀ ਦਾ ਨਿਰਮਾਣ BD ਸਾਵਰਕਰ। ਏ ਦਾ ਹੋ ਗਿਆ ਚੌਥਾ, ਏ ਦਾ ਹੋ ਗਿਆ ਚੌਥਾ, ਏ ਤੇ ਡੀ ਵਿੱਚ ਆਂਸਰ ਛੁਪਿਆ ਜੀ। ਅਨੁਸ਼ੀਲਨ ਸਮਿਤੀ, ਗਦਰ ਪਾਰਟੀ। ਗਦਰ ਪਾਰਟੀ ਲਾਲਾ ਹਰਦਿਆਲ, ਸੈਨ ਫਰਾਂਸਿਸਕੋ ਵਿਖੇ। ਸੀ ਦਾ ਹੋ ਗਿਆ ਦੂਜਾ, ਸੀ ਦਾ ਹੋ ਗਿਆ ਦੂਜਾ, ਠੀਕ ਹੈ ਨਾ। ਇੱਥੇ ਸੀ ਦਾ ਤੀਜਾ ਦਿੱਤਾ ਗਿਆ ਆ, ਇਸ ਲਈ ਆਂਸਰ ਹੋ ਗਿਆ ਡੀ। ਬੀ ਦਾ ਹੋ ਗਿਆ ਪਹਿਲਾ, ਅਨੁਸ਼ੀਲਨ ਸਮਿਤੀ ਸ਼੍ਰੀ ਅਰਬਿੰਦੋ ਘੋਸ਼ ਜੀ ਨੇ। ਸੀ ਦਾ ਦੂਜਾ ਹੋ ਗਿਆ ਤੇ ਡੀ ਦਾ ਹੋ ਗਿਆ ਤੀਜਾ, ਸਵਰਾਜ ਪਾਰਟੀ, ਸੀ ਅਰਦਾਸ। ਯਾਦ ਕਰ ਲੈਣਾ ਤੁਸੀਂ। ਮੈਚ ਲਿਸਟ 1 with 2 and select the correct answer using the codes given below the list। ਦੇਖੋ ਜੀ, ਦੋ ਲਿਸਟਾਂ ਦਿੱਤੀਆਂ, ਟਾਈਮ ਦਿੱਤਾ, ਘਟਨਾਵਾਂ ਦਾ ਜ਼ਿਕਰ ਹੈ ਜੀ। ਅਨਾਉਂਸਮੈਂਟ ਆਫ ਕਮਿਊਨਲ ਅਵਾਰਡ ਫਰੋਮ ਵਾਈਟ ਹਾਲ। ਕਮਿਊਨਲ ਅਵਾਰਡ ਫਰੋਮ ਵਾਈਟ ਹਾਲ, ਤੁਹਾਨੂੰ ਪਤਾ ਜੀ ਕਮਿਊਨਲ ਅਵਾਰਡ ਇਹ ਪੂਨਾ ਪੈਕਟ ਤੋਂ ਬਾਅਦ ਹੋਇਆ ਸੀ 1932 ਵਿੱਚ। ਸੌਰੀ, ਪੂਨਾ ਪੈਕਟ ਤੋਂ ਜਸਟ ਪਹਿਲਾਂ ਹੋਇਆ ਸੀ 1932 ਵਿੱਚ। ਤੇ ਇਹਦਾ ਮਤਲਬ 1932 ਆਇਆ ਜੀ। ਇਹਦਾ ਹੋ ਗਿਆ ਡੀ ਦਾ ਪਹਿਲਾ, ਡੀ ਦਾ ਪਹਿਲਾ, ਇਹਨਾਂ ਦੋਵਾਂ 'ਚ ਆਂਸਰ ਛੁਪਿਆ ਜੀ। ਫਾਰਮੇਸ਼ਨ ਆਫ ਆਲ ਇੰਡੀਆ ਸਟੇਟ ਪੀਪਲਸ ਕਾਨਫਰੰਸ, ਪਤਾ ਨਹੀਂ। ਫਾਊਂਡੇਸ਼ਨ ਆਫ ਮੁਸਲਿਮ ਲੀਗ ਐਟ ਢਾਕਾ, ਢਾਕਾ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। 1906 ਦੀ ਗੱਲ ਹੈ ਜੀ, 1905-6 ਹੈ ਨਾ। 1905 ਤੋਂ ਬਾਅਦ ਦੀਆਂ ਗੱਲਾਂ ਆ। ਬੰਗਲਾਦੇਸ਼, ਬੰਗਾਲ ਦੇ ਵਿਭਾਜਨ ਤੋਂ ਜਸਟ ਇੱਕ ਦੇ ਸਾਲ ਬਾਅਦ ਦੀ ਗੱਲ ਆ, ਅੰਦਾਜ਼ੇ ਜੇ ਨਾ ਤੁਹਾਨੂੰ ਪਤਾ ਹੋਵੇ। 1906 ਵਿੱਚ ਫਾਊਂਡੇਸ਼ਨ ਆਫ ਮੁਸਲਿਮ ਲੀਗ ਐਟ ਢਾਕਾ। ਬੀ ਦਾ ਹੋ ਗਿਆ ਤੀਜਾ, ਬੀ ਦਾ ਹੋ ਗਿਆ ਤੀਜਾ, ਆਂਸਰ ਹੋ ਗਿਆ ਜੀ ਸੀ। ਬਾਕੀ ਪੜ੍ਹ ਲੈਂਦੇ ਆਪਾਂ। ਏ ਦਾ ਚੌਥਾ, ਠੀਕ ਆ, ਆਂਸਰ ਹੀ ਦੇਖ ਲਈਏ ਇੱਥੋਂ। ਚਲੋ ਇੱਥੋਂ ਪੜ੍ਹ ਲੈਂਦੇ। ਏ ਦਾ ਚੌਥਾ, ਫਸਟ ਸੈਸ਼ਨ ਆਫ ਨੈਸ਼ਨਲ ਕਾਨਫਰੰਸ ਐਟ ਕਲਕੱਤਾ 1883। ਤੇ ਡੀ ਦਾ ਪਹਿਲਾ ਹੋ ਗਿਆ, ਸੀ ਦਾ ਦੂਜਾ, ਫਾਰਮੇਸ਼ਨ ਆਫ ਆਲ ਇੰਡੀਆ ਸਟੇਟ ਪੀਪਲਸ ਕਾਨਫਰੰਸ 1927। ਇਸ ਤਰ੍ਹਾਂ ਤੁਸੀਂ ਮੇਨ ਗੱਲਾਂ ਚੱਕ ਲੈਣੀਆਂ। ਮੇਨ ਗੱਲ ਹੈ ਜੀ ਆਹ, ਕਮਿਊਨਲ ਅਵਾਰਡ ਕਦੋਂ ਅਨਾਊਂਸ ਹੋਇਆ, ਮੁਸਲਿਮ ਲੀਗ ਦੀ ਸਥਾਪਨਾ ਕਦੋਂ ਹੋਈ, ਠੀਕ ਹੈ ਨਾ। ਇਹ ਦੋ ਇੰਪੋਰਟੈਂਟ ਸੀ। ਫਾਰਮੇਸ਼ਨ ਆਫ ਆਲ ਇੰਡੀਆ ਸਟੇਟ ਪੀਪਲਸ ਕਾਨਫਰੰਸ, ਚਲੋ ਠੀਕ ਹੈ। ਤਾਂ ਅੱਗੇ ਦੇਖੋ, ਪੜ੍ਹ ਲੈਂਦੇ ਹਾਂ। ਫਸਟ ਸੈਸ਼ਨ ਆਫ ਨੈਸ਼ਨਲ ਕਾਨਫਰੰਸ at Calcutta was organized in 1883. Muslim League was founded in 1906 at Dhaka. The formation of All India States People Conference was held in 1927. ਤੇ ਕਮਿਊਨਲ ਅਵਾਰਡ ਕਦੋਂ ਘੋਸ਼ਿਤ ਕੀਤਾ ਗਿਆ ਸੀ ਜੀ? 1932 ਵਿੱਚ। Consider the following statements. ਕੀ ਸਟੇਟਮੈਂਟ ਆ? The non-cooperation movement led to 1919-20 ਚ ਚੱਲੀ ਸੀ ਨਾ, ਅਸਹਿਯੋਗ ਅੰਦੋਲਨ ਚੱਲਿਆ ਸੀ, ਦਾ ਨਾਨ ਕੋਆਪਰੇਸ਼ਨ ਮੂਵਮੈਂਟ, ਉਹਦਾ ਕੀ ਪ੍ਰਭਾਵ ਪਿਆ? ਕਾਂਗਰਸ ਬਿਕਮਿੰਗ ਏ ਮਾਸ ਮੂਵਮੈਂਟ ਫॉर द ਫਸਟ ਟਾਈਮ, ਪਹਿਲੀ ਵਾਰ ਕਾਂਗਰਸ ਮਾਸ ਮੂਵਮੈਂਟ, ਮਤਲਬ ਜਿਹਦੇ ਵਿੱਚ ਬਹੁਤ ਜ਼ਿਆਦਾ ਜਨਤਾ ਨੇ ਹਿੱਸਾ ਲਿਆ ਹੋਵੇ, ਆਮ ਭੀੜ ਨੇ, ਆਮ ਜਨਤਾ ਨੇ ਬਹੁਤ ਹਿੱਸਾ ਲਿਆ ਹੋਵੇ। ਕੀ ਇਹ ਫਸਟ ਪਹਿਲੀ ਵਾਰ ਸੀ, ਫਸਟ ਟਾਈਮ ਸੀ? ਦੇਖੋ, ਇਸ ਤੋਂ ਪਹਿਲਾਂ 1905-6 ਦੇ ਵਿੱਚ ਵੀ ਕਾਫੀ ਵੱਡੀ ਮੂਵਮੈਂਟ ਚੱਲੀ ਸੀ। ਫਸਟ ਤਾਂ ਸਮੇਂ ਸੀ ਨਹੀਂ ਸੀ, ਸਾਨੂੰ ਪਤਾ ਨਹੀਂ, ਛੱਡ ਦਿਓ। ਗਰੋਥ ਆਫ ਹਿੰਦੂ ਮੁਸਲਿਮ ਯੂਨਿਟੀ, ਹਿੰਦੂ ਮੁਸਲਿਮ ਯੂਨਿਟੀ ਦਾ ਗਰੋਥ ਹੋਇਆ,
ਇਹ ਗੱਲ ਸੀਗੀ ਜੀ। ਹਿੰਦੂ ਮੁਸਲਿਮ ਸਾਰੇ ਜਾਤਾਂ ਧਰਮਾਂ ਦੇ ਲੋਕਾਂ ਨੇ ਇਸ ਮੂਵਮੈਂਟ ਵਿੱਚ ਕਾਫੀ ਵੱਧ ਚੜ ਕੇ ਹਿੱਸਾ ਲਿਆ ਸੀ। ਰਿਮੂਵਲ ਆਫ ਫੀਅਰ ਆਫ ਦਾ ਬ੍ਰਿਟਿਸ਼ ਮਾਈਟ ਫਰੋਮ ਦਾ ਮਾਈਂਡਸ ਆਫ ਦਾ ਪੀਪਲ। ਆਮ ਜਨਤਾ ਦੇ ਮਨ ਵਿੱਚੋਂ ਅੰਗਰੇਜ਼ਾਂ ਦਾ ਡਰ ਹਟ ਗਿਆ। ਹੋ ਸਕਦਾ, ਨਹੀਂ ਵੀ ਹੋ ਸਕਦਾ। ਚਲੋ ਜੀ। ਬ੍ਰਿਟਿਸ਼ ਗਵਰਨਮੈਂਟਸ ਵਿਲਿੰਗਨੈਸ ਟੂ ਗ੍ਰਾਂਟ ਪੋਲੀਟੀਕਲ ਕੰਸੈਸ਼ਨਸ ਟੂ ਇੰਡੀਅਨਸ। ਅੰਗਰੇਜ਼ ਸਰਕਾਰ ਨੇ ਇਹ ਇੱਛਾ ਪ੍ਰਗਟਾਈ ਕਿ ਅਸੀਂ ਤੁਹਾਨੂੰ ਰਾਜਨੀਤਿਕ ਕੰਸੈਸ਼ਨ ਦੇਵਾਂਗੇ। ਹੋ ਵੀ ਸਕਦਾ, ਨਹੀਂ ਵੀ ਹੋ ਸਕਦਾ। ਕੋਈ ਇੰਨਾ ਜ਼ਿਆਦਾ ਵਿਲਿੰਗਨੈਸ ਨਹੀਂ ਸੀ, ਕੋਈ ਇੰਨੀ ਕਾਮਯਾਬੀ ਨਹੀਂ ਹੋਈ ਸੀ ਇਹ ਵਿਦਰੋਹ ਨਾਲ, ਤੇ ਚੋਰਾ ਚੋਰੀ ਦੀ ਘਟਨਾ ਤੋਂ ਬਾਅਦ ਗਾਂਧੀ ਜੀ ਨੇ ਇਹ ਵਾਪਸ ਲੈ ਲਿਆ ਸੀ। ਤੇ ਆਨਸਰ ਵਿੱਚ ਹੈ ਜੀ ਤੁਹਾਡਾ ਦੂਜਾ ਐਂਡ ਤੀਜਾ, 2 and 3 ਬੀ ਆਨਸਰ ਹੈ ਜੀ। B 2 and 3 Who among the following suggested the winding up of the Indian National Congress after India attained independence? ਇਹ ਗੱਲ ਕਿਸਨੇ ਕਹੀ ਸੀ? ਇਹ ਗੱਲ ਦਾ ਪੱਖਧਰ ਕੌਣ ਸੀ ਵੀ ਜਦੋਂ ਅਸੀਂ ਆਜ਼ਾਦੀ ਪ੍ਰਾਪਤ ਕਰ ਲਈ ਤੇ ਹੁਣ ਇੰਡੀਅਨ ਨੈਸ਼ਨਲ ਕਾਂਗਰਸ ਨੂੰ ਖਤਮ ਕਰ ਦਿੱਤਾ ਜਾਵੇ। ਉਹਨਾਂ ਦਾ ਮੰਨਣਾ ਸੀ, ਦੇਖੋ ਜੀ ਅਸੀਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਕੀਤੀ ਸੀ ਦੇਸ਼ ਨੂੰ ਆਜ਼ਾਦ ਕਰਾਉਣ ਲਈ, ਹੁਣ ਦੇਸ਼ ਆਜ਼ਾਦ ਹੋ ਗਿਆ ਤਾਂ ਇੰਡੀਅਨ ਨੈਸ਼ਨਲ ਕਾਂਗਰਸ ਵੀ ਖਤਮ ਕਰ ਦਿਓ। ਇਹ ਗੱਲ ਕਹੀ ਸੀ ਜੀ ਮਹਾਤਮਾ ਗਾਂਧੀ ਜੀ ਨੇ। ਸੀ ਆਨਸਰ। ਮਹਾਤਮਾ ਗਾਂਧੀ ਨੇ ਭਾਰਤ ਦੀ ਆਜ਼ਾਦੀ ਤੋਂ ਬਾਅਦ ਭਾਰਤੀ ਰਾਸ਼ਟਰੀ ਕਾਂਗਰਸ ਨੂੰ ਖਤਮ ਕਰਨ ਦਾ ਸੁਝਾਅ ਦਿੱਤਾ, ਕਿਉਂਕਿ ਭਾਰਤੀ ਆਜ਼ਾਦੀ ਲਈ ਲੜਨ ਦਾ ਇਸ ਦਾ ਮੁੱਖ ਉਦੇਸ਼ ਪ੍ਰਾਪਤ ਹੋ ਗਿਆ ਸੀ। ਅਗਲਾ ਪ੍ਰਸ਼ਨ, ਮੈਚ ਲਿਸਟ 1 with list 2 and select the correct answer using the codes given below the list। ਦੋ ਲਿਸਟਾਂ ਦਿੱਤੀਆਂ ਜੀ, ਅਲੱਗ-ਅਲੱਗ ਕਮੇਟੀਆਂ ਦਿੱਤੀਆਂ ਆ ਤੇ ਦੱਸਿਆ ਗਿਆ ਵੀ ਇਹ ਕਿਹਦੇ ਨਾਲ ਸੰਬੰਧਿਤ ਸੀ। ਬਟਲਰ ਕਮੇਟੀ ਰਿਪੋਰਟ, ਬਟਲਰ ਕਮੇਟੀ, ਠੀਕ ਹੈ ਜੀ। ਹਾਰਟੌਗ ਕਮੇਟੀ, ਹੰਟਰ ਇਨਕੁਆਇਰੀ ਕਮੇਟੀ, ਇਹ ਬਣੀ ਸੀ ਜੀ ਜਲਿਆਂਵਾਲੇ ਬਾਗ ਦੇ ਕਤਲकांड ਤੋਂ ਬਾਅਦ ਹੰਟਰ ਇਨਕੁਆਇਰੀ ਕਮੇਟੀ ਬਣੀ ਸੀ। ਅਸੀਂ ਪੜ੍ਹਿਆ ਕਿ ਜਦੋਂ ਜਲਿਆਂਵਾਲੇ ਬਾਗ ਦਾ ਕਾਂਡ ਹੋਇਆ ਉਸ ਤੋਂ ਬਾਅਦ ਜਿਹੜੀ ਹੰਟਰ ਇਨਕੁਆਇਰੀ ਕਮੇਟੀ ਬਣੀ ਸੀ ਉਹ ਵੀ ਕੋਈ ਜ਼ਿਆਦਾ ਕਾਰਗਰ ਸਾਬਿਤ ਨਹੀਂ ਹੋਈ ਸੀ। ਇਸ ਕਰਕੇ ਜਨਤਾ ਵਿੱਚ ਕਾਫੀ ਅਸੰਤੋਸ਼ ਸੀਗਾ। ਸਿੱਧਾ ਹੋ ਗਿਆ ਜੀ ਪਹਿਲਾ, ਸਿੱਧਾ ਹੋ ਗਿਆ ਜੀ ਪਹਿਲਾ। ਇਹਦਾ ਮਤਲਬ ਆਨਸਰ ਏ ਤੇ ਡੀ ਵਿੱਚੋਂ ਕੋਈ ਇੱਕ ਆ, ਠੀਕ ਹੈ ਜੀ। ਤੇ ਹਾਰਟੌਗ ਕਮੇਟੀ, ਇਹ ਦੇਖਦੇ ਜੀ ਬਟਲਰ ਕਮੇਟੀ, ਬਟਲਰ ਕਮੇਟੀ ਸੀ ਜੀ। ਰਿਲੇਸ਼ਨਸ਼ਿਪ ਬਿਟਵੀਨ ਦਾ ਇੰਡੀਅਨ ਸਟੇਟ ਐਂਡ ਦਾ ਪੈਰਾਮਾਉਂਟ ਪਾਵਰ, ਮਤਲਬ ਅੰਗਰੇਜ਼ਾਂ ਤੇ ਇੰਡੀਅਨ ਸਟੇਟ ਵਿੱਚ ਭਾਰਤੀ ਰਜਵਾੜਿਆਂ ਦੇ ਵਿੱਚ ਆਪਸ 'ਚ ਕੀ ਰਿਲੇਸ਼ਨਸ਼ਿਪ ਆ, ਇਹ ਸੀ ਜੀ ਬਟਲਰ ਕਮੇਟੀ। ਇਹਦਾ ਮਤਲਬ ਏ ਦਾ ਹੋ ਗਿਆ ਦੂਜਾ, ਆਨਸਰ ਹੈ ਜੀ ਡੀ, ਡੀ। ਬੀ ਦਾ ਹੋ ਗਿਆ ਚੌਥਾ, ਹਾਰਟੌਗ ਕਮੇਟੀ, the growth of education in British India and the potentiality of its further progress। ਬ੍ਰਿਟਿਸ਼ ਇੰਡੀਆ ਵਿੱਚ ਸਿੱਖਿਆ ਦਾ ਕੀ ਗਰੋਥ ਹੋਈ ਆ ਤੇ ਉਹਦੇ ਅੱਗੇ ਗਰੋਥ ਹੋਣ ਦੀ ਕੀ ਸੰਭਾਵਨਾਵਾਂ ਆ। ਇਹ ਦਾ ਹੋ ਗਿਆ ਚੌਥਾ, ਸੌਰੀ ਬੀ ਦਾ ਹੋ ਗਿਆ ਚੌਥਾ, ਹਾਰਟੌਗ ਕਮੇਟੀ। ਤੇ ਡੀ ਦਾ ਤੀਜਾ, ਮੁਡੀਮੈਨ ਕਮੇਟੀ, ਵਰਕਿੰਗ ਆਫ ਡਾਇਆਰਕੀ ਐਜ਼ ਲੈਡ ਡਾਊਨ ਇਨ ਦਾ ਮੌਂਟਾਗੂ ਕੈਲਫੋਰਡ ਰਿਫਾਰਮ। 1919 ਵਾਲੇ ਐਕਟ ਵਿੱਚ ਡਾਇਆਰਕੀ ਆਈ ਸੀ, ਉਹ ਡਾਇਆਰਕੀ ਨੇ ਕਿਸ ਤਰ੍ਹਾਂ ਦਾ ਕੰਮ ਕੀਤਾ ਉਹਦੇ ਉੱਤੇ ਰਿਪੋਰਟ ਪੜ੍ਹ ਲੈਂਦੇ ਜੀ। ਬਟਲਰ ਕਮੇਟੀ, ਇਹ ਕਿਸ ਨਾਲ ਸੰਬੰਧਿਤ ਸੀ? ਰਿਲੇਸ਼ਨ ਬਿਟਵੀਨ ਦਾ ਇੰਡੀਅਨ ਸਟੇਟਸ ਐਂਡ ਅ ਪੈਰਾਮਾਉਂਟ ਪਾਵਰ, ਅੰਗਰੇਜ਼ਾਂ ਤੇ ਇੰਡੀਅਨ ਸਟੇਟ ਦੇ ਵਿੱਚ ਕੀ ਸੰਬੰਧ ਆ ਉਹਦੇ ਉੱਤੇ। ਇੰਪੋਰਟੈਂਟ ਨਾਲ ਲਿਖ ਲਿਓ, ਯਾਦ ਕਰ ਲਿਓ ਇਹ। ਹਾਰਟੌਗ ਕਮੇਟੀ, growth of British India education, growth of British India education and its effect। ਵੀ ਬ੍ਰਿਟਿਸ਼ ਇੰਡੀਆ ਵਿੱਚ ਐਜੂਕੇਸ਼ਨ ਦਾ ਕੀ ਗਰੋਥ ਹੋਇਆ। ਹੰਟਰ ਕਮਿਸ਼ਨ ਜਲਿਆਂਵਾਲਾ ਬਾਗ ਨਾਲ ਸੰਬੰਧਿਤ ਸੀ, ਜਲਿਆਂਵਾਲੇ ਬਾਗ ਦੇ ਕਤਲकांड ਨਾਲ ਸੰਬੰਧਿਤ ਸੀ, ਮੈਸੈਕਰੀ ਨਾਲ ਸੰਬੰਧਿਤ ਸੀ। ਮੁਡੀਮੈਨ ਕਮੇਟੀ, ਵਰਕਿੰਗ ਆਫ ਡਾਇਆਰਕੀ ਐਜ਼ ਇਨ ਮੌਂਟਾਗੂ ਕੈਲਫੋਰਡ ਰਿਫਾਰਮ। ਇਹ ਕਮੇਟੀਆਂ ਤੁਸੀਂ ਪੜ੍ਹ ਲੈਣੀਆਂ। ਅੱਛਾ ਜੀ, ਆ ਕਿਸੇ ਬੰਦੇ ਬਾਰੇ ਗੱਲ ਕੀਤੀ ਹੈ ਜੀ ਵੀ ਉਹਨੇ BA ਕਰ ਲਈ ਸੀ, ਗ੍ਰੈਜੂਏਟ ਹੋ ਗਿਆ ਸੀ 18 ਸਾਲ ਦੀ ਉਮਰ ਵਿੱਚ। ਪ੍ਰੋਫੈਸਰ ਐਂਡ ਐਸੋਸੀਏਟ ਐਡੀਟਰ ਆਫ ਦਾ ਸੁਧਾਰਕ ਐਟ 20। ਪ੍ਰੋਫੈਸਰ ਸੀਗਾ, ਐਡੀਟਰ ਸੀ ਸੁਧਾਰਕ ਮੈਗਜ਼ੀਨ ਦਾ 20 ਸਾਲ ਦੀ ਉਮਰ ਵਿੱਚ।
सैक्रेटरी ऑफ द सार्वजनिक सभा एंड ऑफ द प्रोविंशियल कॉन्फ्रेंस एट 25, ठीक है जी। सैक्रेटरी ऑफ द नेशनल कांग्रेस एट 29, नेशनल कांग्रेस का सैक्रेटरी भी रहा। लीडिंग विटनेस बिफोर एन इंपॉर्टेंट रॉयल कमीशन एट 31, ये ਉਹਦੀਆਂ ਨਾ ਉਪਲਬਧੀਆਂ ਜੀ, ਮੱਲਾਂ ਕੀ ਮਾਰੀਆਂ ਹੁਣ, ਆਹਾ ਉਮਰ ਵਿੱਚ ਆਹਾ ਪੋਸਟਾਂ ਤੇ ਰਿਹਾ। ਪ੍ਰੋਵਿੰਸ਼ੀਅਲ ਲੈਜਿਸਲੇਚਰ ਐਟ 34, ਸਟੇਟ ਲੈਵਲ ਤੇ ਉਹ MLA ਵੀ ਰਿਹਾ ਜੀ। ਇੰਪੀਰੀਅਲ ਲੈਜਿਸਲੇਚਰ ਐਟ 36, ਪ੍ਰੈਜ਼ੀਡੈਂਟ ਆਫ ਦਾ ਇੰਡੀਅਨ ਨੈਸ਼ਨਲ ਕਾਂਗਰਸ ਐਟ 39, ਇੰਡੀਅਨ ਨੈਸ਼ਨਲ ਕਾਂਗਰਸ ਦਾ ਪ੍ਰੈਜ਼ੀਡੈਂਟ ਵੀ ਰਿਹਾ। ਤੇ ਇਹ ਪੈਟਰੀਅਟ, ਦੇਸ਼ ਨੂੰ ਸਮਰਪਿਤ ਜਿਹੜਾ ਹੁੰਦਾ ਨਹੀਂ, ਦੇਸ਼ ਪ੍ਰੇਮੀ, whom ਮਹਾਤਮਾ ਗਾਂਧੀ ਹਿਮਸੈਲਫ ਰਿਗਾਰਡਡ ਐਜ਼ ਹਿਜ਼ ਮਾਸਟਰ। ਇਸ ਲਾਈਨ ਤੋਂ ਆਨਸਰ ਮਿਲ ਜਾਂਦਾ ਜੀ ਵੀ ਉਹ ਕਿਹੜਾ ਬੰਦਾ ਸੀ ਜਿਹਨੂੰ ਮਹਾਤਮਾ ਗਾਂਧੀ ਆਪਣਾ ਪੋਲੀਟੀਕਲ ਗੁਰੂ, ਆਪਣਾ ਮਾਸਟਰ ਮੰਨਦੇ ਸਨ। ਆਹ ਗੱਲਾਂ ਭਾਵੇਂ ਨਹੀਂ ਵੀ ਪਤਾ, ਆਖਰੀ ਲਾਈਨ ਤੋਂ ਆਨਸਰ ਆ ਜਾਂਦਾ ਜੀ। ਉਹ ਸੀ ਜੀ ਗੋਪਾਲ ਕ੍ਰਿਸ਼ਨ ਗੋਖਲੇ। ਗੋਪਾਲ ਕ੍ਰਿਸ਼ਨ ਗੋਖਲੇ ਨੂੰ ਮਹਾਤਮਾ ਗਾਂਧੀ ਆਪਣਾ ਗੁਰੂ ਮੰਨਦੇ ਸਨ। ਇਹ ਕਥਨ ਗੋਪਾਲ ਕ੍ਰਿਸ਼ਨ ਗੋਖਲੇ ਨਾਲ ਸੰਬੰਧਿਤ ਹੈ, ਜਿਸ ਦਾ ਜਨਮ 9 ਮਈ 1866 ਨੂੰ ਕੋਟਾਲੁਕ ਮਹਾਰਾਸ਼ਟਰ ਵਿੱਚ ਹੋਇਆ ਸੀ। ਗੋਖਲੇ ਨੇ 18 ਸਾਲ ਦੀ ਉਮਰ ਵਿੱਚ 1884 ਵਿੱਚ ਐਲਫਿੰਸਟਨ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਸੀ। ਉਹ 39 ਸਾਲ ਦੀ ਉਮਰ ਵਿੱਚ ਬਨਾਰਸ ਵਿੱਚ ਹੋਏ ਇੰਡੀਅਨ ਨੈਸ਼ਨਲ ਕਾਂਗਰਸ ਦੇ 1905 ਦੇ ਸੈਸ਼ਨ ਵਿੱਚ ਪ੍ਰਧਾਨ ਬਣੇ ਸਨ, ਪ੍ਰੈਜ਼ੀਡੈਂਟ ਸੀ ਜੀ। ਠੀਕ ਹੈ ਜੀ, ਅੱਜ ਲਈ ਇੰਨਾ ਹੀ ਰੱਖਦੇ ਹਾਂ, ਬਾਕੀ ਨੈਕਸਟ ਕਲਾਸ 'ਚ ਕਰਦੇ ਹਾਂ। ਸ਼ੁਕਰੀਆ, ਸਤਿ ਸ਼੍ਰੀ ਅਕਾਲ।